ਸੈਸ਼ਨ ਆ ਉਹ ਬੇਸਡ ਹੈਗਾ ਮਨੀ ਮੀਨਿੰਗ ਐਂਡ ਫੰਕਸ਼ਨ ਪਾਰਟ ਫਸਟ ਆ ਇਹ ਇਕਨੋਮਿਕਸ ਦਾ ਸੀਬੀਐਸਈ ਤੇ ਪੰਜਾਬ ਬੋਰਡ ਦਾ ਕਾਮਨ ਜਿਹੜਾ ਇਹ ਪੁਆਇੰਟ ਆ ਉਹਦੇ ਬਾਰੇ ਅਸੀਂ ਡਿਸਕਸ ਕਰਨ ਜਾ ਰਹੇ ਹਾਂ। ਦੇਖੋ ਫਸਟ ਹੈ ਮੀਨਿੰਗ ਆਫ ਮਨੀ। ਮਨੀ ਕੀ ਹੁੰਦਾ ਵਾ? ਠੀਕ ਹੈ ਜੀ। ਇੱਕ ਤਾਂ ਮਨੀ ਸਾਨੂੰ ਪਤਾ ਵਾ ਵੀ ਜਿਹੜਾ ਪੈਸੇ ਹੁੰਦੇ ਆ ਉਹਨੂੰ ਵੀ ਅਸੀਂ ਮਨੀ ਕਹਿੰਦੇ ਆ। ਜਸਟ ਪੈਸੇ ਤੋਂ ਇਲਾਵਾ ਵੀ ਕੁਝ ਹੋਇਆ ਜਿਹੀਆਂ ਚੀਜ਼ਾਂ ਹੁੰਦੀਆਂ ਨੇ ਜਿਹਨੂੰ ਅਸੀਂ ਮਨੀ ਦੇ ਵਿੱਚ ਕੰਸੀਡਰ ਕਰਦੇ ਹਾਂ ਜਾਂ ਉਹਨੂੰ ਮਨੀ ਬੋਲਦੇ ਹਾਂ। ਤਾਂ ਉਹ ਦੇਖੋ ਕੀ ਹੁੰਦਾ ਵਾ। ਪਹਿਲਾਂ ਪੁੱਛਿਆ ਉਹਨਾਂ ਨੇ ਵਟ ਇਜ਼ ਮਨੀ। ਮਨੀ ਕੀ ਹੁੰਦਾ? ਕਹਿੰਦਾ ਜੀ ਮਨੀ ਇਜ਼ ਐਨ ਗੁਡਸ ਦੈਟ ਇਜ਼ ਵਾਈਡਲੀ ਯੂਜ਼ ਐਂਡ ਐਕਸੈਪਟਿੰਗ ਟ੍ਰਾਂਜੈਕਸ਼ਨ ਇਨਵੋਲਵ ਟੂ ਦੀ ਟ੍ਰਾਂਸਫਰ ਆਫ ਗੁਡਸ ਐਂਡ ਸਰਵਿਸਿਜ਼ ਵਨ ਪਰਸਨ ਟੂ ਅਨਦਰ ਪਰਸਨ। ਮਨੀ ਕੀ ਹੁੰਦੀ ਹੈ? ਇੱਕ ਵੈਲਿਊ ਆ ਜਾਂ ਟ੍ਰਾਂਜੈਕਸ਼ਨ ਆ ਜਿਹਨੂੰ ਅਸੀਂ ਕਰਦੇ ਹਾਂ ਇੱਕ ਗੁਡਸ ਐਂਡ ਸਰਵਿਸਿਜ਼ ਦੀ, ਜਿਹੜਾ ਇੱਕ ਪਰਸਨ ਦੂਜੇ ਨਾਲ ਕਰਦਾ ਵਾ। ਇਹ ਕੀ ਨੇ? ਡਿਫਰੈਂਟ ਟਾਈਪ ਦੀਆਂ ਤਰ੍ਹਾਂ ਦੀਆਂ ਹੁੰਦੀਆਂ ਨੇ। ਹੁਣ ਜਿਹੜੀ ਮਨੀ ਅਸੀਂ ਜਾਣਦੇ ਹਾਂ ਉਹ ਕਰੰਸੀ ਮਨੀ ਹੁੰਦੀ ਹੈ। ਕਰੰਸੀ ਮਨੀ ਤੋਂ ਇਲਾਵਾ ਵੀ ਕਈ ਤਰ੍ਹਾਂ ਦੀਆਂ ਮਨੀਆਂ ਹੁੰਦੀਆਂ ਨੇ। ਜਿਵੇਂ ਫਸਟ ਹੈਗੀ ਆ ਕੁਆਂਟਿਟੀ ਮਨੀ, ਵੀ ਜਿਹਦੇ ਨਾਲ ਚੀਜ਼ਾਂ ਨੂੰ ਚੀਜ਼ਾਂ ਨਾਲ ਬਦਲਿਆ ਜਾਂਦਾ। ਫਲੈਟ ਮਨੀ ਜਿਹਦੇ ਵਿੱਚ ਕੀ ਆਉਂਦਾ? ਕੁਆਇਨ ਮਨੀ ਵੀ ਆਉਂਦੀ ਆ। ਫਿਰ ਹੈਗਾ ਬੈਂਕ ਮਨੀ। ਬੈਂਕ ਮਨੀ ਦੇ ਵਿੱਚ ਆਉਂਦੇ ਆ ਸ਼ੇਅਰਸ ਤੇ ਬੌਂਡਸ। ਤਾਂ ਇਹ ਚੀਜ਼ਾਂ ਵੀ ਇਹਦੇ ਵਿੱਚ ਆਉਂਦੇ ਆ, ਜਿਵੇਂ ਗੋਲਡ ਕੁਆਇਨਸ। ਠੀਕ ਆ ਜੀ। ਇਹ ਹੁੰਦੇ ਆ ਕੁਆਂਟਿਟੀ ਮਨੀ। ਇਹਨਾਂ ਦੱਸੀ ਹੈ ਐਗਜ਼ਾਮਪਲ ਵੀ ਕੁਆਂਟਿਟੀ ਮਨੀ ਕਿਹੜੀ ਹੁੰਦੀ ਆ? ਉਹ ਮਨੀ ਜਿਹੜੀ ਕਿ ਕੀ ਆ ਕਿਸੇ ਵੈਲਿਊ ਦੇ ਨਾਲ ਮੈਚ ਕੀਤੀ ਜਾਂਦੀ ਆ। ਮਨੀ ਵੈਲਿਊ ਤੇ ਉਹਦੀ ਆਪ ਦੀ ਵੈਲਿਊ ਬਰਾਬਰ ਹੋਏ ਤਾਂ ਉਹਨੂੰ ਕੁਆਂਟਿਟੀ ਮਨੀ ਕਹੀ ਜਾਂਦਾ, ਜਿਵੇਂ ਗੋਲਡ ਕੁਆਇਨ। ਠੀਕ ਹੈ ਜੀ। ਤਾਂ ਇਹਨਾਂ ਜ਼ਿਆਦਾਤਰ ਕਈ ਕੰਟਰੀਆਂ ਦੇ ਵਿੱਚ ਜਿਹੜੀ ਆ ਕੁਆਂਟਿਟੀ ਮਨੀ ਨੂੰ ਚੇਂਜ ਕੀਤਾ ਗਿਆ ਰਿਪਲੇਸ ਆਫ ਫਲੈਟ ਮਨੀ। ਠੀਕ ਹੈ ਜੀ। ਤੇ ਹੁਣ ਜਿਹੜੀ ਫਲੈਟ ਮਨੀ ਹੁੰਦੀ ਆ ਉਹਨੂੰ ਅਲੱਗ ਤੋਂ ਚੂਜ਼ ਕੀਤਾ ਜਾਂਦਾ ਤੇ ਕਈ ਜਗ੍ਹਾ ਗੋਲਡ ਮਨੀ ਚੱਲਦੀ ਆ। ਠੀਕ ਹੈ ਜੀ। ਕਿਉਂਕਿ ਤੁਸੀਂ ਜ਼ਿਆਦਾਤਰ ਤੁਹਾਨੂੰ ਸ਼ਾਇਦ ਪਤਾ ਨਹੀਂ ਹੋਏਗਾ ਵੀ ਜਿਹੜੀ ਕਰੰਸੀ ਹੁੰਦੀ ਆ, ਕੋਈ ਵੀ ਨਵੀਂ ਕੰਟਰੀ ਨਵੀਂ ਕਰੰਸੀ ਪ੍ਰਿੰਟ ਕਰਦੀ ਆ। ਜਿਵੇਂ ਇੰਡੀਆ ਨੇ ਕਰੰਸੀ ਨਿਊ ਪ੍ਰਿੰਟ ਕੀਤੀ ਸੀ 2016 ਦੇ ਵਿੱਚ, ਜਦੋਂ ਕੀ ਸੀਗਾ ਵੀ ਉਹਨਾਂ ਨੇ ਨੋਟਬੰਦੀ ਕੀਤੀ ਸੀ, ਮੋਨੀਟਰਾਈਜੇਸ਼ਨ ਕੀਤਾ ਸੀ, ਡੀਮੋਨੀਟਰਾਈਜੇਸ਼ਨ ਕੀਤਾ ਸੀ। ਤਾਂ ਉਹਨਾਂ ਨੇ ਇੱਕ ਨਵੀਂ ਕਰੰਸੀ ਚਲਾਈ ਸੀ 2000 ਦੇ ਨੋਟ, 500 ਦੇ ਨੋਟਸ ਜਿਹੜੇ ਨੇ ਜੀ ਉਹ ਨਿਊ ਚਲਾਏ ਸੀਗੇ ਤੇ ਪੁਰਾਣੇ ਬੰਦ ਕਰ ਦਿੱਤੇ ਸੀ। ਤਾਂ ਉਸ ਸਮੇਂ ਜਿਹੜਾ ਉਹਨਾਂ ਨੇ ਇਹ ਚਲਾਉਣਾ ਸੀ ਤਾਂ ਉਹਨਾਂ ਨੂੰ ਇੱਕ ਗੋਲਡ ਦੀ ਲੋੜ ਪੈਣੀ ਸੀ, ਕਿਉਂਕਿ ਜਿਹੜਾ ਵਰਲਡ ਬੈਂਕ ਆ ਉਹ ਅਲਾਓ ਕਰਦਾ ਉਹਨਾਂ ਹੀ ਕੰਟਰੀਆਂ ਨੂੰ ਆਪਣੀ ਕਰੰਸੀ ਚੇਂਜ ਕਰਨ ਦਾ, ਉਹਨਾਂ ਨੂੰ ਨਵੀਂ ਪ੍ਰਿੰਟ ਕਰਨ ਦਾ, ਵੀ ਜਿਹੜੇ ਪਰਸਨ ਕੀ ਨੇ ਗੋਲਡ ਦੇ ਅਕੋਰਡਿੰਗ ਜਿੰਨਾ ਗੋਲਡ ਜਮ੍ਹਾਂ ਕਰਾਉਣਗੇ ਉਨੀ ਕਰੰਸੀ ਪ੍ਰਿੰਟ ਕਰ ਸਕਦੇ ਸੀ। ਤਾਂ ਆਪਣੇ ਕੰਟਰੀ ਦੇ ਵਿੱਚ ਵੀ ਜਿਹੜੀ ਗੋਲਡ ਮਨੀ ਆ ਉਹ ਵੀ ਚੱਲਦੀ ਆ। ਫਲੈਟ ਮਨੀ ਕੀ ਆ? ਇੱਕ ਗੁੱਡ ਮਨੀ ਆ। ਇਹਦੀ ਜਿਹੜੀ ਵੈਲਿਊ ਹੁੰਦੀ ਆ ਉਹ ਲੈਸ ਵੈਲਿਊ ਹੁੰਦੀ ਆ ਰਿਪਰੈਜ਼ੈਂਟਿੰਗ ਐਜ਼ ਏ ਮਨੀ, ਵੀ ਜਿਵੇਂ ਅਸੀਂ ਮਨੀ ਤੋਂ ਇਲਾਵਾ ਉਹਦੀ ਵੈਲਿਊ ਜਿਹੜੀ ਹੁੰਦੀ ਆ ਉਹ ਮਨੀ ਨਾਲੋਂ ਘੱਟ ਹੁੰਦੀ ਆ। ਜਿਵੇਂ ਕੀ ਹੋਗਾ ਗੋਲਡ ਬਿੱਲ, ਜਿਹੜੇ ਸੌਰੀ ਡਾਲਰ ਬਿੱਲ। ਜਿਹੜੇ ਡਾਲਰ ਬਿੱਲ ਹੁੰਦੇ ਆ ਇਹ ਕੀ ਹੁੰਦੇ ਆ? ਇੱਕ ਸਲਿੱਪ ਹੁੰਦੀ ਆ ਜਿਹੜੀ ਪ੍ਰਿੰਟ ਕਰਕੇ ਦੇ ਦਿੱਤੀ ਜਾਂਦੀ ਆ, ਪਰ ਇਹ ਜਿਹੜੀ ਮਨੀ ਹੁੰਦੀ ਆ। ਹਾਂਜੀ ਹੈਲੋ। ਦੇਖੋ ਜਿਹੜਾ ਫਲੈਟ ਮਨੀ ਹੁੰਦੀ ਆ, ਫਲੈਟ ਮਨੀ ਕੀ ਹੁੰਦੀ ਆ? ਜਿਹੜੀ ਗੁਡਸ ਹੁੰਦੀਆਂ ਨੇ, ਕੋਈ ਵੀ ਚੀਜ਼ ਬਣਾ ਲਓ ਜਿਹਦੇ ਵਿੱਚ ਸਾਡਾ ਕੀ ਆ ਜਾਂਦਾ ਵਾ, ਜਿਹੜੀ ਮਨੀ ਹੋਊਗੀ ਉਹ ਮਨੀ ਵੈਲਿਊ ਕੀ ਹੋਏਗੀ? ਇੱਕ ਪੇਪਰ ਦੇ ਰੂਪ ਦੇ ਵਿੱਚ ਦੇ ਦਿੱਤੀ ਜਾਂਦੀ ਆ, ਪਰ ਉਹ ਮਨੀ ਨਹੀਂ ਹੁੰਦੀ, ਐਜ਼ ਏ ਮਨੀ ਕੰਸੀਡਰ ਕੀਤੀ ਜਾਂਦੀ ਆ। ਜਿਵੇਂ ਇੱਕ ਹੁੰਦੇ ਆ ਡਾਲਰ ਬਿੱਲ। ਇਹ ਕੀ ਹੁੰਦੇ ਆ? ਇਹਨਾਂ ਨੂੰ ਫਲੈਟ ਮਨੀ ਕਿਹਾ ਜਾਂਦਾ ਹੁੰਦਾ। ਇੱਕ ਤਰ੍ਹਾਂ ਦੀ ਪ੍ਰਿੰਟਡ ਸਲਿੱਪ ਹੁੰਦਾ ਜਿਹਦੇ ਵਿੱਚ ਲਿਖੀ ਹੁੰਦੀ ਆ ਵੀ ਮਨੀ ਦੀ ਵੈਲਿਊ ਕਿੰਨੀ ਆ, ਬਟ ਉਹ ਕੀ ਆ ਡਾਲਰ ਦੇ ਹਿਸਾਬ ਨਾਲ ਉਹਨੂੰ ਘੱਟ ਹੋਊਗਾ। ਮੰਨ ਲਓ ਵੀ ਜੇਕਰ ਉਹਦੇ 'ਤੇ ਲਿਖਿਆ 70 ਰੁਪਏ ਤੇ ਡਾਲਰ ਦਾ ਰੇਟ 80 ਰੁਪਏ ਚੱਲਦਾ ਹੋਇਆ, ਤਾਂ ਉਹਨੂੰ ਕੀ ਆ 80 ਰੁਪਏ ਨਾਲ ਨਹੀਂ ਡੀਲ ਕੀਤਾ ਜਾਊ, 70 ਰੁਪਏ ਨਾਲ ਹੀ ਡੀਲ ਕੀਤਾ ਜਾਊਗਾ। ਠੀਕ ਹੈ ਜੀ। ਤਾਂ ਇਹਨੂੰ ਅਸੀਂ ਯੂਜ਼ ਕਰ ਦਿੰਦੇ ਹਾਂ ਫਲੈਟ ਮਨੀ ਨੂੰ। ਜ਼ਿਆਦਾਤਰ ਅੱਜ ਕੱਲ੍ਹ ਫਲੈਟ ਮਨੀ ਵੀ ਯੂਜ਼ ਹੁੰਦੀ ਆ। ਹੈਲੋ। ਪਿਕਚਰ ਸ਼ੋ ਹੋ ਰਹੀ ਹੈ, ਕਰੰਸੀ ਦੀ ਪਿਕਚਰ ਸ਼ੋ ਹੋ ਰਹੀ ਹੈ ਵੀ ਸਾਡੇ ਕੋਲ ਹੁਣ ਕੀ ਨੇ, ਡਿਫਰੈਂਟ ਨੇ। ਹੁਣ ਆਹ ਦੇਖੋ, ਆਹ ਜਿਹੜੀ ਨਿਊ ਕਰੰਸੀਆਂ ਨੇ ਇਹ ਹੁਣ ਪ੍ਰਿੰਟ ਹੋਈਆਂ ਨੇ। ਆਹ ਪੁਰਾਣੀ ਕਰੰਸੀ ਆ। ਤਾਂ ਇਹਨੂੰ ਪ੍ਰਿੰਟ ਕਰਨ ਦੇ ਲਈ ਵੀ ਗਵਰਨਮੈਂਟ ਨੂੰ ਲੋਨ ਦੇਣਾ ਪਿਆ। ਯਾਨੀ ਕਿ ਲੋਨ ਦਾ ਮਤਲਬ ਕੀ ਆ? ਗੋਲਡ ਐਜ਼ ਏ ਗੋਲਡ ਡਿਪੋਜ਼ਿਟ ਕਰਾਉਣਾ ਪਿਆ ਕਿਹਦੇ ਕੋਲ? ਵਰਲਡ ਬੈਂਕ ਦੇ ਕੋਲ, ਤਾਂ ਜੋ ਕੀ ਆ ਵੀ ਉਹ ਨਵੀਂ ਕਰੰਸੀ ਪ੍ਰਿੰਟ ਕਰ ਸਕੇ। ਇਹ ਹਮੇਸ਼ਾ ਜਿਹੜੀ ਵੀ ਕੰਟਰੀ ਨੇ ਨਵੀਂ ਕਰੰਸੀ ਪ੍ਰਿੰਟ ਕਰਨੀ ਆ ਤਾਂ ਉਹਨੂੰ ਐਜ਼ ਏ ਗੋਲਡ ਜਿਹੜਾ ਵਾ ਡਿਪੋਜ਼ਿਟ ਕਰਾਉਣਾ ਪੈਂਦਾ ਵਾ ਆਰਬੀਆਈ ਕੋਲ, ਨਹੀਂ ਸੌਰੀ ਵਰਲਡ ਬੈਂਕ ਦੇ ਕੋਲ, ਤਾਂ ਜੋ ਕੀ ਆ ਨਵੀਂ ਕਰੰਸੀ ਪ੍ਰਿੰਟ ਕਰ ਸਕੇ। ਠੀਕ ਹੈ ਜੀ। ਹੁਣ ਦੇਖੋ ਇਦੋਂ ਪਹਿਲਾਂ ਨਾ ਜਦੋਂ ਸਾਡੇ ਪੇਰੈਂਟਸ ਹੁੰਦੇ ਸੀਗੇ ਤਾਂ ਸਾਡੇ ਪੇਰੈਂਟਸ ਤੋਂ ਪਹਿਲਾਂ ਵੀ ਯਾਨੀ ਕਿ ਦਾਦਾ ਜੀ ਪੜਦਾਦਾ ਜੀ ਦੇ ਟਾਈਮ ਨਾ ਇੱਕ ਸਿਸਟਮ ਚੱਲਦਾ ਹੁੰਦਾ ਸੀਗਾ ਜਿਹਦੇ ਨਾਲ ਉਹ ਚੀਜ਼ਾਂ ਬਦਲਦੇ ਹੁੰਦੇ ਸੀ। ਠੀਕ ਹੈ ਜੀ। ਜਾਂ ਉਹ ਕੀ ਆ ਉਸ ਚੀਜ਼ਾਂ ਨੂੰ ਐਕਸਚੇਂਜ ਕਰਦੇ ਹੁੰਦੇ ਸੀ, ਤਾਂ ਉਹਦਾ ਨਾਮ ਰੱਖਿਆ ਗਿਆ ਸੀ ਵਾਟਰ ਸਿਸਟਮ। ਹੁਣ ਵਾਟਰ ਸਿਸਟਮ ਦੇ ਸਪੈਲ ਦੂਜੇ ਤਰ੍ਹਾਂ ਦੇ ਹੁੰਦੇ ਆ, ਪਰ ਇਹਨੂੰ ਬੋਲਿਆ ਵਾਟਰ ਹੀ ਜਾਂਦਾ ਵਾ। ਠੀਕ ਹੈ ਜੀ। ਇਹ ਦੇਖੋ ਕੀ ਹੁੰਦਾ, ਇਹ ਸਿਸਟਮ ਜਿਹੜਾ ਸੀ ਸਭ ਤੋਂ ਓਲਡੈਸਟ ਸਿਸਟਮ ਮੰਨਿਆ ਜਾਂਦਾ ਸੀ ਐਕਸਚੇਂਜ ਕਰਨ ਦਾ। ਠੀਕ ਆ। ਉਸ ਸਮੇਂ ਕੀ ਹੁੰਦਾ ਸੀ? ਉਸ ਸਮੇਂ ਸਾਡੇ ਜਿਹੜੇ ਪੇਰੈਂਟਸ ਹੁੰਦੇ ਸੀ ਉਹਨਾਂ ਕੋਲ ਕੀ ਸੀਗਾ? ਕਰੰਸੀ ਨਹੀਂ ਹੁੰਦੀ ਸੀ। ਜਾਂ ਤੁਸੀਂ ਕਹਿ ਦਿਓ ਇਹ ਉਸ ਸਮੇਂ ਦਾ ਟਾਈਮ ਆ ਜਦੋਂ ਕੀ ਹੁੰਦੇ ਸੀਗੇ ਵੀ ਜਿਹੜੇ ਆਦੀਵਾਸੀ ਹੁੰਦੇ ਸੀ, ਜਾਣੀ ਕਿ ਹਿਊਮਨਿਟੀ ਹਲੇ ਸਟਾਰਟ ਹੋਈ ਸੀ, ਉਸ ਸਮੇਂ ਦਾ ਪੀਰੀਅਡ ਸੀ। ਜਿਸ ਸਮੇਂ ਕੀ ਸੀਗੇ ਲੋਕਾਂ ਕੋਲ ਕੋਈ ਕਾਮਨ ਕਰੰਸੀ ਨਹੀਂ ਸੀਗੀ, ਕਿਉਂਕਿ ਜਿਹੜੀ ਕਾਮਨ ਕਰੰਸੀ ਆਈ ਸੀਗੀ ਉਹ ਤੁਹਾਨੂੰ ਪਤਾ ਹੀ ਆ ਵੀ ਜਦੋਂ ਈਸਟ ਇੰਡੀਆ ਕੰਪਨੀ ਜਾਂ ਉਦੋਂ ਪਹਿਲਾਂ ਮੁਗਲ ਆਏ ਸੀ ਉਹਨਾਂ ਨੇ ਥੋੜ੍ਹੀ ਬਹੁਤੀ ਕਰੰਸੀ ਸਟਾਰਟ ਕੀਤੀ। ਉਦੋਂ ਪਹਿਲਾਂ ਕੋਈ ਵੀ ਕਰੰਸੀ ਨਹੀਂ ਹੁੰਦੀ ਸੀ। ਤਾਂ ਉਸ ਸਮੇਂ ਉਹ ਜਿਹੜੀਆਂ ਕੰਟਰੀਜ਼ ਹੁੰਦੀਆਂ ਸੀ ਉਹ ਕਿਵੇਂ ਡੀਲ ਕਰਦੇ ਸੀ ਜਾਂ ਪਰਸਨ ਕਿਵੇਂ ਡੀਲ ਕਰਦੇ ਸੀ? ਉਹ ਚੀਜ਼ਾਂ ਨਾਲ ਚੀਜ਼ਾਂ ਨੂੰ ਐਕਸਚੇਂਜ ਕਰਦੇ ਸੀ। ਇੱਥੇ ਯਾਦ ਰੱਖਣਾ ਵੀ ਇਹਨੂੰ ਕੀ ਕਿਹਾ ਜਾਂਦਾ? ਵਾਟਰ ਸਿਸਟਮ ਨੂੰ ਐਕਸਚੇਂਜ ਗੁੱਡਸ ਐਂਡ ਗੁੱਡਸ, ਗੁੱਡਸ ਟੂ ਗੁੱਡਸ ਨਾਲ ਐਕਸਚੇਂਜ ਕੀਤਾ ਜਾਂਦਾ ਸੀਗਾ। ਉਹਨੂੰ ਅਸੀਂ ਕਹਿੰਦੇ ਸੀ ਵਾਟਰ ਸਿਸਟਮ। ਠੀਕ ਹੈ ਜੀ। ਅਤੇ ਇਹ ਸਿਸਟਮ ਦੀ ਇੱਕ ਖਾਸੀਅਤ ਕੀ ਸੀਗੀ ਵੀ ਇਹਦੇ ਵਿੱਚ ਜਿਹੜੀ ਵੀ ਟਰੇਡਿੰਗ ਹੋਏਗੀ ਉਹਦੇ ਲਈ ਤੁਹਾਨੂੰ ਦੋ ਬੰਦੇ ਲੱਭਣੇ ਪੈਂਦੇ ਹੁੰਦੇ ਸੀਗੇ।
ਠੀਕ ਹੈ ਜੀ। 2 ਪਰਸਨ ਲੱਭਣੇ ਪੈਣਗੇ ਅਤੇ 2 ਹੀ ਪਰਸਨਾਂ ਨੂੰ ਜਿਹੜੀ ਚੀਜ਼ ਇੱਕ ਵੇਚ ਰਿਹਾ ਉਹ ਦੂਜੇ ਨੂੰ ਲੋੜ ਹੋਵੇ ਅਤੇ ਜਿਹੜਾ ਦੂਜਾ ਪਰਸਨ ਵੇਚਦਾ ਹੋਵੇ ਉਹ ਪਹਿਲੇ ਬੰਦੇ ਨੂੰ ਲੋੜ ਹੋਵੇ। ਜਿਵੇਂ ਫੋਰ ਐਗਜ਼ਾਮਪਲ ਵੀ ਮੈਨੂੰ ਜਿਵੇਂ ਕਿ ਲੋੜ ਆ ਬੀਟ ਦੀ, ਅਤੇ ਮੈਨੂੰ ਉਹ ਪਰਸਨ ਚਾਹੀਦਾ ਜਿਹੜਾ ਵੀਟ ਸੋਲਡ ਕਰਦਾ ਹੋਵੇ, ਅਤੇ ਮੇਰੇ ਕੋਲ ਰਾਈਸ ਜ਼ਿਆਦਾ ਨੇ ਅਤੇ ਮੈਂ ਰਾਈਸ ਸੋਲਡ ਕਰਨੇ ਆ। ਵੀ ਕੋਈ ਮੈਨੂੰ ਇਹੋ ਜਿਹਾ ਬੰਦਾ ਮਿਲ ਜਾਵੇ ਜਿਹੜਾ ਮੇਰੇ ਤੋਂ ਰਾਈਸ ਲੈ ਲਵੇ ਅਤੇ ਮੈਨੂੰ ਉਹਦੇ ਵੱਡੇ ਬੀਟ ਦੇ ਦੇਵੇ। ਤਾਂ ਮੈਨੂੰ ਜਿਹੜਾ ਦੂਸਰਾ ਪਰਸਨ, ਮੰਨ ਲਓ ਮੇਰਾ ਇੱਕ ਫਰੈਂਡ ਮਿਲਿਆ ਜਿਹਦੇ ਕੋਲ ਕੀ ਆ ਰਾਈਸ ਜ਼ਿਆਦਾ ਸੀਗਾ ਅਤੇ ਵੀਟ ਘੱਟ ਸੀਗੀ, ਉਹਨੇ ਮੇਰੇ ਤੋਂ ਵੀਟ ਲੈ ਲਈ ਅਤੇ ਮੈਂ ਉਹ ਤੋਂ ਰਾਈਸ ਲੈ ਲਿਆ। ਅਤੇ ਇਸ ਸਮੇਂ ਕੀ ਹੁੰਦਾ ਸੀ, ਪੈਸੇ ਦਾ ਕੋਈ ਡੀਲ ਹੀ ਨਹੀਂ ਕੀਤੀ ਜਾਂਦੀ ਹੁੰਦੀ ਸੀ। ਮੰਨ ਲਓ ਵੀ ਉਸ ਸਮੇਂ ਕੀ ਹੁੰਦਾ ਸੀ ਵੀ ਜੇਕਰ ਕਿਸੇ ਬੰਦੇ ਨੂੰ ਗੋਲਡ ਦੀ ਲੋੜ ਆ, ਠੀਕ ਆ ਜੀ, ਤਾਂ ਉਹ ਪਰਸਨ ਲੱਭਦਾ ਹੁੰਦਾ ਸੀ ਜਿਹਦੇ ਕੋਲ ਗੋਲਡ ਜ਼ਿਆਦਾ ਹੋਵੇ। ਅਤੇ ਇਹ ਪਰਸਨ ਕੋਲ ਮੰਨ ਲਓ ਵੀ ਉਸ ਸਮੇਂ ਸੋਇਲ ਜਾਣੀ ਕਿ ਮਿੱਟੀ ਜ਼ਿਆਦਾ ਸੀ, ਅਤੇ ਇਸ ਬੰਦੇ ਨੂੰ ਕੀ ਆ ਮਿੱਟੀ ਦੀ ਲੋੜ ਸੀ, ਤਾਂ ਉਹ ਗੋਲਡ ਦੇ ਬਦਲੇ ਮਿੱਟੀ ਲੈ ਲੈਂਦਾ ਸੀ। ਤਾਂ ਉਸ ਸਮੇਂ ਇਹ ਚੀਜ਼ਾਂ ਸੀਗੀਆਂ, ਜਾਣੀ ਕਿ ਉਸ ਸਮੇਂ ਕਿਸੇ ਚੀਜ਼ ਦੀ ਕੋਈ ਵੈਲਿਊ ਹੀ ਨਹੀਂ ਸੀਗੀ। ਇਹ ਕਹਿ ਸਕਦੇ ਹਾਂ ਵੀ ਉਸ ਸਮੇਂ ਕੀ ਸੀਗਾ ਵੀ ਜਸਟ ਅਸੀਂ ਉਹ ਪਾਰਟੀ ਲੱਭਦੇ ਹੁੰਦੇ ਸੀਗੇ ਜਿਹਨੂੰ ਮੇਰੇ ਵਾਲੀ ਚੀਜ਼ ਦੀ ਲੋੜ ਹੋਵੇ ਅਤੇ ਮੈਨੂੰ ਉਹਦੇ ਵਾਲੀ ਚੀਜ਼ ਦੀ ਲੋੜ ਹੋਵੇ। ਪਰ ਅੱਜ ਕੱਲ੍ਹ ਇਹ ਕੀ ਆ, ਸਿਸਟਮ ਜਮਾਂ ਹੀ ਖਤਮ ਹੋ ਚੁੱਕਿਆ ਵਾ। ਹੁਣ ਐਕਸਚੇਂਜ ਦੇ ਲਈ ਸਾਨੂੰ ਕੀ ਆ, ਮਨੀ ਆ ਚੁੱਕੀ ਆ, ਤਾਂ ਮਨੀ ਦੇ ਨਾਲ ਜਿਹੜੀ ਐਕਸਚੇਂਜ ਕਰਨਾ ਉਹ ਕਾफ़ੀ ਜ਼ਿਆਦਾ ਈਜ਼ੀ ਹੋ ਗਿਆ। ਠੀਕ ਹੈ ਜੀ। ਆਹ ਦਿਖਾਇਆ ਗਿਆ ਵਾਟਰ ਸਿਸਟਮ ਦੀ ਇੱਕ ਐਗਜ਼ਾਮਪਲ ਦਿੱਤੀ ਗਈ ਆ। ਦੇਖੋ ਆਹ ਪਰਸਨ ਕੋਲ ਫਿਸ਼ ਸੀਗੀ ਅਤੇ ਇਹਨੂੰ ਦੂਸਰਾ ਮੀਟ ਚਾਹੀਦਾ ਸੀ, ਅਤੇ ਆਹ ਪਰਸਨ ਨੂੰ ਫਿਸ਼ ਦੀ ਲੋੜ ਸੀ, ਤਾਂ ਇਹਨਾਂ ਦੋਹਾਂ ਨੇ ਇੱਕ ਚੀਜ਼ ਨੂੰ ਐਕਸਚੇਂਜ ਕਰ ਲਿਆ। ਹੁਣ ਚਾਹੇ ਇਹਦੇ ਵਿੱਚੋਂ ਕਿਸੇ ਚੀਜ਼ ਦੀ ਮਾਰਕੀਟ ਵੈਲਿਊ ਅੱਜ ਦੇ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਹੋਵੇ ਅਤੇ ਘੱਟ ਹੋਵੇ, ਪਰ ਫਿਰ ਵੀ ਉਸ ਸਮੇਂ ਕੀ ਸੀਗਾ, ਚੀਜ਼ਾਂ ਐਵੇਂ ਹੀ ਐਕਸਚੇਂਜ ਕੀਤੀਆਂ ਜਾਂਦੀਆਂ ਸੀ ਅਤੇ ਇੱਕ ਪਰਸਨ ਦੇ ਨਾਲ ਕੋਆਪਰੇਟ ਕੀਤਾ ਜਾਂਦਾ ਸੀ। ਆਈ ਹੋਪ ਤੁਹਾਨੂੰ ਆ ਵਾਟਰ ਸਿਸਟਮ ਪਤਾ ਲੱਗਿਆ। ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੁੰਦਾ, ਪੁੱਛਣਾ ਜਾਂਦਾ ਵਟ ਇਜ਼ ਵਾਟਰ ਸਿਸਟਮ। ਦਾ ਵਾਟਰ ਸਿਸਟਮ ਦੇ ਬਾਰੇ ਤੁਸੀਂ ਦੱਸਣਾ ਵਾ ਵੀ ਉਹ ਚੀਜ਼ਾਂ ਜਿਹਦੇ ਵਿੱਚ ਕੁਆਂਟਿਟੀ ਨੂੰ ਕੁਆਂਟਿਟੀ ਨਾਲ ਐਕਸਚੇਂਜ ਕੀਤਾ ਜਾਂਦਾ ਸੀ। ਠੀਕ ਹੈ ਜੀ। ਨੈਕਸਟ ਹੈਗਾ ਵੀ ਇਹ ਸਿਸਟਮ ਜਿਵੇਂ ਜਿਵੇਂ ਚੱਲਦਾ ਗਿਆ ਤਾਂ ਇਹਦੇ ਵਿੱਚ ਕਈ ਤਰ੍ਹਾਂ ਦੀਆਂ ਪ੍ਰੋਬਲਮ ਅਰਾਈਜ਼ ਹੋਈਆਂ, ਕਿਉਂਕਿ ਇਹ ਜ਼ਿਆਦਾ ਸਮੇਂ ਤੱਕ ਨਾ ਚੱਲਣ ਵਾਲਾ ਸਿਸਟਮ ਸੀ। ਕਿਉਂਕਿ ਇਹ ਲੋਕਾਂ ਨੂੰ ਜਦੋਂ ਜ਼ਿਆਦਾ ਪਤਾ ਲੱਗਿਆ ਵੀ ਜਿਹੜੀਆਂ ਚੀਜ਼ਾਂ ਨੇ ਸਾਡੀ ਇਸ ਚੀਜ਼ ਦੀ ਵੈਲਿਊ ਜ਼ਿਆਦਾ ਵਾ ਅਤੇ ਜਿਹੜੀ ਦੂਜੇ ਕੋਲ ਵੈਲਿਊ ਆ ਉਹਦੀ ਘੱਟ ਆ, ਤਾਂ ਜਦੋਂ ਇਹ ਚੀਜ਼ਾਂ ਰਿਅਲਾਈਜ਼ ਹੋਣ ਲੱਗੀਆਂ ਤਾਂ ਉਹਨਾਂ ਨੂੰ ਪਤਾ ਲੱਗਿਆ ਵੀ ਜਿਹੜਾ ਵਾਟਰ ਸਿਸਟਮ ਅਸੀਂ ਕਰ ਰਹੇ ਹਾਂ, ਚੀਜ਼ਾਂ ਨੂੰ ਚੀਜ਼ਾਂ ਨਾਲ ਐਕਸਚੇਂਜ ਕਰ ਰਹੇ ਹਾਂ, ਇਹਦੇ ਵਿੱਚ ਕੁਛ ਚੀਜ਼ਾਂ ਦੇ ਵਿੱਚ ਪ੍ਰੋਬਲਮਸ ਵੀ ਆਉਣਗੀਆਂ। ਤਾਂ ਹੁਣ ਉਹਨਾਂ ਨੇ ਪ੍ਰੋਬਲਮ ਦੇਖੋ ਕਿਹੜੀਆਂ ਕਿਹੜੀਆਂ ਹੁੰਦੀ। ਪਹਿਲੀ ਸਭ ਤੋਂ ਵੱਡੀ ਪ੍ਰੋਬਲਮ ਹੁੰਦੀ ਸੀ ਡਬਲ ਕੌਨਸੀਕੁਐਂਟ ਪਾਂਟ। ਇਹਦਾ ਮਤਲਬ ਸੀ ਵੀ ਉਹਨੂੰ ਅਜਿਹਾ ਪਰਸਨ ਲੱਭਣਾ ਪੈਂਦਾ ਸੀ ਵੀ ਜਿਹਨੂੰ ਮੇਰੇ ਵਾਲੀ ਚੀਜ਼ ਦੀ ਲੋੜ ਹੋਵੇ ਅਤੇ ਉਹ ਬੰਦੇ ਕੋਲ ਉਹ ਚੀਜ਼ ਜ਼ਿਆਦਾ ਹੋਵੇ ਜਿਹੜੀ ਮੈਨੂੰ ਲੋੜ ਆ। ਠੀਕ ਆ, ਜਿਵੇਂ ਵੀਟ ਅਤੇ ਰਾਈਸ। ਠੀਕ ਹੈ ਜੀ। ਤਾਂ ਹੁਣ ਇਹ ਬੰਦੇ ਲੱਭਣੇ ਬਹੁਤ ਜ਼ਿਆਦਾ ਮੁਸ਼ਕਿਲ ਆਉਂਦੀ ਸੀ, ਕਿਉਂਕਿ ਸਾਰੇ ਬੰਦਿਆਂ ਦੀ ਜ਼ਰੂਰਤਾਂ ਅਤੇ ਜਿਹੜੀਆਂ ਇੱਛਾਵਾਂ ਹੁੰਦੀਆਂ ਨੇ ਉਹ ਸੇਮ ਨਹੀਂ ਹੋ ਸਕਦੀਆਂ। ਤਾਂ ਇਹ ਬੰਦੇ ਲੱਭਣੇ ਬਹੁਤ ਜ਼ਿਆਦਾ ਮੁਸ਼ਕਿਲ ਦਾ ਕੰਮ ਸੀ ਉਸ ਸਮੇਂ ਦੇ ਵਿੱਚ। ਅਤੇ ਇੱਕ ਮਾਰਕੀਟ, ਕਿਉਂਕਿ ਕਾਮਨ ਮਾਰਕੀਟ ਨਹੀਂ ਸੀਗੀ, ਤਾਂ ਉਹ ਪਰਸਨ ਨੂੰ ਕਿਸੇ ਦੂਸਰੇ ਪਰਸਨ ਤੋਂ ਪਤਾ ਲੱਗਦਾ ਹੁੰਦਾ ਸੀ, ਤਾਂ ਉਹ ਦੂਜੇ ਪਰਸਨ ਤੋਂ ਕੋਲ ਜਾਂਦਾ ਹੁੰਦਾ ਸੀ ਉਹ ਚੀਜ਼ ਲੈਣ, ਚਾਹੇ ਉਹ 100 ਕਿਲੋਮੀਟਰ 'ਤੇ ਹੋਵੇ, ਚਾਹੇ 1000 ਕਿਲੋਮੀਟਰ ਦੇ ਉੱਤੇ ਹੋਵੇ। ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਤਾਂ ਪੈਸਾ ਹੋਵੇ ਤਾਂ ਤੁਸੀਂ ਕੋਈ ਵੀ ਚੀਜ਼ ਜਿੱਥੇ ਮਰਜ਼ੀ ਲੈ ਸਕਦੇ ਹੋ, ਬਟ ਉਸ ਸਮੇਂ ਇਹ ਚੀਜ਼ਾਂ ਦੀ ਪ੍ਰੋਬਲਮ ਆਉਂਦੀ ਹੁੰਦੀ ਸੀ ਵੀ ਉਹਨਾਂ ਨੂੰ ਡਬਲ ਕੌਨਸੀਕੁਐਂਟ ਵਾਂਟ ਵਾਲੇ ਬੰਦੇ ਲੱਭਣੇ ਪੈਂਦੇ ਸੀ। ਨੈਕਸਟ ਹੈਗਾ ਵਾ ਕਾਮਨ ਮੈਜ਼ਰ ਆਫ ਦੀ ਵੈਲਿਊ। ਹੁਣ ਉਹਨੂੰ ਜੱਜ ਕਰਨ ਵਾਸਤੇ ਇੱਕ ਕਾਮਨ ਵੈਲਿਊ ਚਾਹੀਦੀ ਸੀ। ਕਾਮਨ ਵੈਲਿਊ ਕਿਵੇਂ, ਵੀ ਮੰਨ ਲਓ ਵੀ ਜੇਕਰ ਮੈਂ ਕਿਲੋ ਗੋਲਡ ਦੇਣਾ ਹੋਵੇ ਕਿਸੇ ਨੂੰ, ਅਤੇ ਮੈਂ ਉਹਨੂੰ ਕਿਲੋ ਹੀ ਕੀ ਦਿੰਦਾ ਹੁੰਦਾ ਸੀ, ਸੋਇਲ ਦਿੰਦਾ ਸੀ। ਜਿਵੇਂ ਉਹਨੂੰ ਮਿੱਟੀ ਦੀ ਲੋੜ ਸੀ ਤਾਂ ਮੈਂ ਉਹਨੂੰ ਕਿਲੋ ਮਿੱਟੀ ਦੇ ਦੇਣੀ। ਠੀਕ ਹੈ ਜੀ। ਤਾਂ ਇਹ ਕਾਮਨ ਯੂਨਿਟ ਸਿਰਫ ਉਹਨੂੰ ਮੈਜ਼ਰ ਕਰਨ ਦੇ ਲਈ ਹੀ ਯੂਜ਼ ਕਰਦੇ ਹੁੰਦੇ ਸੀ। ਇਹ ਨਹੀਂ ਦੇਖਦੇ ਹੁੰਦੇ ਸੀ ਵੀ ਕਿਹਦੀ ਵੈਲਿਊ ਜ਼ਿਆਦਾ ਵਾ ਅਤੇ ਕਿਹਦੀ ਵੈਲਿਊ ਘੱਟ ਆ। ਜੋ ਅੱਜ ਦੇ ਟਾਈਮ ਦੇ ਵਿੱਚ ਆਓ ਤਾਂ ਗੋਲਡ ਕਿਲੋ ਦਾ ਗੋਲਡ ਕੀ ਆ ਉਹ ਲੱਖਾਂ ਦੇ ਵਿੱਚ ਹੋ ਜਾਏਗਾ। ਜੇਕਰ ਤੁਸੀਂ ਕਿਲੋ ਮਿੱਟੀ ਲੈਣ ਜਾਓ ਤਾਂ ਤੁਸੀਂ ਜਿੱਥੋਂ ਮਰਜ਼ੀ ਜਾ ਕੇ ਲੈ ਸਕਦੇ ਹੋ ਫ੍ਰੀ ਆਫ ਕਾਸਟ। ਪਰ ਉਸ ਸਮੇਂ ਇਹ ਚੀਜ਼ਾਂ ਨਹੀਂ ਸੀਗੀਆਂ, ਤਾਂ ਉਹਨਾਂ ਲਈ ਸਿਰਫ ਇਹੀ ਚੀਜ਼ ਸੀਗੀ ਵੀ ਮੈਨੂੰ ਇਸ ਚੀਜ਼ ਦੀ ਜ਼ਰੂਰਤ ਆ, ਉਹ ਮੈਨੂੰ ਮਿਲ ਗਈ ਜਿੰਨੀ ਮੈਂ ਉਹਨੂੰ ਉਹ ਚੀਜ਼ ਦਿੱਤੀ। ਠੀਕ ਹੈ ਜੀ। ਤਾਂ ਇਹ ਚੀਜ਼ਾਂ ਦੀ ਪ੍ਰੋਬਲਮ ਸੀਗੀ ਉਸ ਸਮੇਂ। ਨੈਕਸਟ ਸੀਗਾ ਇਨਡਿਵਿਜ਼ਿਬਿਲਿਟੀ ਆਫ ਗੁਡਸ। ਹੁਣ ਜਿਹੜੀਆਂ ਚੀਜ਼ਾਂ ਸੀਗੀਆਂ ਉਹਨਾਂ ਦਾ ਵੰਡ ਵੀ ਕੁਛ ਸਹੀ ਤਰੀਕੇ ਨਾਲ ਨਹੀਂ ਸੀਗਾ। ਮੰਨ ਲਓ ਵੀ ਜੇਕਰ ਇੱਕ ਸ਼ਹਿਰ ਦੇ ਵਿੱਚ ਜਿਹੜੇ ਫਾਰਮਰ ਸੀਗੇ ਉਹ ਇੱਕੋ ਤਰ੍ਹਾਂ ਦੀ ਫਸਲ ਬੀਜਦੇ ਆ, ਜਿਵੇਂ ਹੁਣ ਪੰਜਾਬ ਆ ਅੱਜ ਦੇ ਟਾਈਮ ਦੇ ਵਿੱਚ ਕੀ ਆ, ਸਾਰੇ ਨੇ ਝੋਨਾ ਬੀਜਿਆ ਹੋਇਆ। ਤਾਂ ਹੁਣ ਉਸ ਸਮੇਂ ਵੀ ਜਿਹੜਾ ਜੇਕਰ ਕਿਸੇ ਬੰਦੇ ਨੂੰ ਝੋਨੇ ਦੀ ਲੋੜ ਸੀਗੀ ਤਾਂ ਉਸ ਸਮੇਂ ਝੋਨਾ ਨਹੀਂ ਮਿਲਦਾ ਹੁੰਦਾ ਸੀ। ਜੇਕਰ ਕਿਸੇ ਬੰਦੇ ਨੂੰ ਕਣਕ ਦੀ ਲੋੜ ਹੁੰਦੀ ਤਾਂ ਕਣਕ ਨਹੀਂ ਮਿਲਦੀ ਹੁੰਦੀ ਸੀ। ਤਾਂ ਉਸ ਸਮੇਂ ਕੀ ਸੀਗਾ ਵੀ ਹਰੇਕ ਪਰਸਨ ਇੱਕ ਕਾਮਨ ਹੀ ਯੂਨਿਟ ਬੀਜ ਲੈਂਦੇ ਸੀ, ਤਾਂ ਉਸ ਚੀਜ਼ ਦੇ ਲਈ ਇੱਕ ਦੂਜਾ ਬੰਦਾ ਲੱਭਣਾ ਬਹੁਤ ਔਖਾ ਹੁੰਦਾ ਸੀ। ਜਾਣੀ ਕਿ ਉਹ ਗੁਡਸ ਨੂੰ ਡਿਵਾਈਡ ਕਰਨਾ ਬੜਾ ਹੀ ਔਖਾ ਹੋ ਜਾਂਦਾ ਸੀ ਉਹਨਾਂ ਲਈ। ਨੈਕਸਟ ਸੀਗਾ ਸਟੋਰੇਜ ਵੈਲਿਊ। ਹੁਣ ਉਹਨਾਂ ਕੋਲ ਕੋਈ ਅਜਿਹੀ ਵੈਲਿਊ ਨਹੀਂ ਸੀਗੀ ਜਿਹਦੇ ਨਾਲ ਉਹ ਕੀ ਆ ਸਟੋਰ ਕਰ ਸਕਣ। ਮੰਨ ਲਓ ਹੁਣ ਜੇਕਰ ਮੇਰੇ ਕੋਲ ਕੀ ਆ ਰਾਈਸ ਜ਼ਿਆਦਾ ਹੋ ਗਿਆ ਇਸ ਵਾਰ, ਤਾਂ ਮੈਂ ਸੋਚਿਆ ਵੀ ਇਹਨੂੰ ਮਾਰਕੀਟ ਦੇ ਵਿੱਚ ਸੇਲ ਕਰਨ ਜਾਵਾਂ। ਹੁਣ ਮੇਰੇ ਕੋਲ ਮਾਰਕੀਟ ਕੋਈ ਹੈ ਨਹੀਂ ਕਾਮਨ, ਤਾਂ ਮੈਨੂੰ ਜਿੰਨਾ ਵੀ ਮੇਰੇ ਕੋਲ ਰਾਈਸ ਹੋਊਗਾ ਉਹ ਮੈਨੂੰ ਇੱਕ ਜਗ੍ਹਾ ਦੇ ਉੱਤੇ ਸਟੋਰ ਕਰਕੇ ਰੱਖਣਾ ਪੈਣਾ, ਵੀ ਤਾਂ ਜੋ ਕੋਈ ਬੰਦਾ ਮੇਰੇ ਤੋਂ ਰਾਈਸ ਲੈਣ ਆਵੇ ਤਾਂ ਮੈਂ ਉਹਨੂੰ ਦੇ ਸਕਾਂ। ਤਾਂ ਉਸ ਸਮੇਂ ਜਿਹੜੀ ਸਟੋਰੇਜ ਸੀਗੀ ਵੈਲਿਊ, ਉਹਨੂੰ ਸਟੋਰ ਕਰਨਾ ਕਾफ़ੀ ਦਿੱਕਤ ਦੀ ਪ੍ਰੋਬਲਮ ਸੀਗੀ ਉਸ ਸਮੇਂ। ਕਿਉਂਕਿ ਉਹਨਾਂ ਨੂੰ ਕੀ ਆ ਕਿ ਇੱਕ ਜ਼ਿਆਦਾ ਕਣਕ ਹੋ ਜਾਵੇ, ਮੰਨ ਲਓ ਵੀ ਅੱਜ 5 ਕੁਆਂਟਲ ਹੋ ਗਈ, ਹੁਣ 5 ਕੁਆਂਟਲ ਦੀ ਤਾਂ ਮੈਨੂੰ ਲੋੜ ਹੀ ਨਹੀਂ ਹੈਗੀ, ਮੈਨੂੰ ਸਿਰਫ 1 ਕੁਆਂਟਲ ਦੀ ਲੋੜ ਆ ਘਰ, ਅਤੇ 4 ਕੁਆਂਟਲ ਮੈਂ ਵੇਚਣੀਆਂ ਪੈਣਗੀਆਂ, ਅਤੇ ਉਹ ਵੇਚਣ ਦੇ ਲਈ ਵੀ ਮੈਨੂੰ ਉਹ ਬੰਦਾ ਲੱਭਣਾ ਪਊ ਜਿਹੜੀ ਚੀਜ਼ ਮੇਰੀ ਜ਼ਰੂਰਤਾਂ ਨੂੰ ਪੂਰਾ ਕਰ ਸਕੇ। ਜਦ ਤੱਕ ਉਹ ਬੰਦਾ ਲੱਭਦਾ ਨਹੀਂ, ਮੈਨੂੰ ਉਹ ਜਾਂ ਆਪਣੇ ਘਰ ਦੇ ਵਿੱਚ ਸਟੋਰ ਕਰਕੇ ਰੱਖਣੀ ਪਊ, ਖ਼ਰਾਬ ਵੀ ਹੋਣ ਦੇ ਚਾਂਸਿਸ ਸੀਗੇ। ਬੜੀਆਂ ਪ੍ਰੋਬਲਮ ਆਉਂਦੀਆਂ ਸੀ ਉਸ ਸਮੇਂ। ਅਤੇ ਲਾਸਟ ਜਿਹੜਾ
ਪੁਆਇੰਟ ਸੀ ਡੈਫਰਡ ਪੇਮੈਂਟ। ਡੈਫਰਡ ਪੇਮੈਂਟ ਦਾ ਮਤਲਬ ਹੁੰਦਾ ਫਿਊਚਰ ਪੇਮੈਂਟ। ਜਿਵੇਂ ਅੱਜ ਆਪਾਂ ਕਹਿ ਦਿੰਦੇ ਹਾਂ ਵੀ ਸਰ ਮੇਰੇ ਕੋਲ ਅੱਜ ਪੈਸੇ ਨਹੀਂ ਹੈਗੇ, ਆਪਾਂ ਕੱਲ੍ਹ ਨੂੰ ਤੁਹਾਡੇ ਪੈਸੇ ਦੇ ਦਾਂਗੇ, ਤਾਂ ਇਹ ਉਸ ਸਮੇਂ ਹੁੰਦਾ ਹੀ ਨਹੀਂ ਸੀਗਾ। ਉਸ ਸਮੇਂ ਦਾ ਕਰੰਟ ਟਾਈਮ ਚੱਲਦਾ ਹੁੰਦਾ ਸੀ ਵੀ ਜੇਕਰ ਤੁਹਾਡੇ ਕੋਲ ਚੀਜ਼ ਹੈਗੀ ਆ ਤਾਂ ਮੈਨੂੰ ਕਰੰਟ ਦੇ ਵਿੱਚ ਇੰਨੇ ਪੈਸੇ ਦੇ ਦਿਓ, ਜਾਂ ਸੌਰੀ ਇੰਨੀ ਚੀਜ਼ ਦੇ ਦਿਓ ਤਾਂ ਮੈਂ ਤੁਹਾਨੂੰ ਇੰਨੀ ਚੀਜ਼ ਦੇ ਦੂੰਗਾ, ਜੇਕਰ ਨਹੀਂ ਹੈਗਾ ਤਾਂ ਫਿਰ ਨੈਕਸਟ ਟਾਈਮ ਦੇਖ ਲਾਂਗੇ। ਤਾਂ ਇਹ ਪ੍ਰੋਬਲਮਸ ਆਉਂਦੀਆਂ ਸੀਗੀਆਂ ਉਸ ਸਮੇਂ। ਠੀਕ ਹੈ ਜੀ, ਆਈ ਹੋਪ ਤੁਹਾਨੂੰ ਡਰਾਬੈਕ ਸਮਝ ਆਏ ਹੋਣਗੇ। ਹੁਣ ਦੇਖੋ, ਇਸ ਤੋਂ ਬਾਅਦ ਫਿਰ ਸਾਡੀ ਮਨੀ ਸਟਾਰਟ ਹੋ ਗਈ। ਫਿਰ ਲੋਕਾਂ ਨੇ ਕੋਇਨ ਪ੍ਰਿੰਟ ਕੀਤੇ ਅਤੇ ਕਾਮਨ ਯੂਨਿਟ ਲੈ ਕੇ ਆਂਦੀ ਜਿਹੜੇ ਕਿ ਮਨੀ ਆਈ। ਮਨੀ ਦੀ ਇੱਕ ਡੈਫੀਨੇਸ਼ਨ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦੀ ਆ। ਇਹ ਕਈ ਤਰ੍ਹਾਂ ਦੀ ਇਹਦੀਆਂ ਡੈਫੀਨੇਸ਼ਨਾਂ ਚੱਲਦੀਆਂ ਹੁੰਦੀਆਂ ਨੇ। ਹੁਣ ਦੇਖੋ, ਮਨੀ ਕੀ ਆ? ਮਨੀ ਕੀ ਆ? ਐਨੀ ਆਬਜੈਕਟ ਆਫ ਦੀ ਜਨਰਲੀ accepted and payment of their goods and services and payment of their debt in given to their countries or a social economic context। ਕਹਿੰਦੇ ਵੀ ਜਿਹੜਾ ਮਨੀ ਕੀ ਆ? ਮਨੀ ਹੁੰਦੀ ਹੈ ਇੱਕ ਜਨਰਲ ਜਿਹੜੀ ਅਸੀਂ ਪੇਮੈਂਟ ਆ, ਕੋਈ ਵੀ ਚੀਜ਼ ਨੂੰ ਐਕਸੈਪਟ ਕਰ ਲੈਂਦੇ ਹਾਂ ਗੁੱਡਸ ਐਂਡ ਸਰਵਿਸਿਜ਼ ਨੂੰ, ਅਤੇ ਉਹਨਾਂ ਦੇ ਬਦਲੇ ਅਸੀਂ ਕੀ ਆ ਪੈਸੇ ਕਿਸੇ ਨੂੰ ਦੇ ਦਿੰਦੇ ਹਾਂ, ਤਾਂ ਇਸ ਚੀਜ਼ ਨੂੰ ਅਸੀਂ ਕਹਿੰਦੇ ਹਾਂ ਮਨੀ ਕਹਿ ਦਿੰਦੇ ਹਾਂ। ਮਨੀ ਜਿਹੜੇ ਆ ਮੇਨ ਫੰਕਸ਼ਨ ਕੀ ਨੇ ਮਨੀ ਦੇ? ਕੁਛ ਕੰਮ ਨੇ। ਦੇਖੋ, ਪਹਿਲਾ ਹੈਗਾ ਮੀਡੀਅਮ ਆਫ ਐਕਸਚੇਂਜ। ਇਹ ਕਿਸੇ ਵੀ ਚੀਜ਼ ਨੂੰ ਐਕਸਚੇਂਜ ਕੀਤਾ ਜਾਂਦਾ ਵਿਦ ਦੀ ਹੈਲਪ ਆਫ ਮਨੀ। ਕੋਈ ਵੀ ਚੀਜ਼ ਖਰੀਦਣੀ ਹੋਵੇ, ਕੁਛ ਵੀ ਲੈਣਾ ਹੋਵੇ, ਉਹ ਤੁਸੀਂ ਪੈਸਾ ਦਿਓ ਤਾਂ ਹਰ ਇੱਕ ਚੀਜ਼ ਲੈ ਸਕਦੇ ਹੋ। ਯੂਨਿਟ ਆਫ ਅਕਾਊਂਟ, ਇਹ ਸਾਰਿਆਂ ਲਈ ਇੱਕ ਕਾਮਨ ਯੂਨਿਟ ਮੰਨੀ ਜਾਂਦੀ ਆ ਵੀ ਕਿਸੇ ਵੀ ਚੀਜ਼ ਨੂੰ ਤੁਸੀਂ ਖਰੀਦਣਾ ਹੋਵੇ, ਵੇਚਣਾ ਹੋਵੇ, ਗੋਲਡ ਲੈਣਾ ਹੋਵੇ, ਡਾਇਮੰਡ ਲੈਣਾ ਹੋਵੇ, ਕੁਛ ਵੀ ਚੀਜ਼ ਲੈਣੀ ਹੋਵੇ ਤਾਂ ਪੈਸੇ ਦੀ ਜ਼ਰੂਰਤ ਹੁੰਦੀ ਹੈ, ਜਾਣੀ ਕਿ ਉਹ ਕਾਮਨ ਯੂਨਿਟ ਆ ਕਿਸੇ ਵੀ ਚੀਜ਼ ਨੂੰ ਖਰੀਦਣ ਦੇ ਲਈ। ਸਟੋਰ ਵੈਲਿਊ, ਇਹਨੂੰ ਸਟੋਰ ਕਰਕੇ ਵੀ ਰੱਖ ਸਕਦੇ ਹੋ ਤੁਸੀਂ ਪੈਸੇ, ਜਿਵੇਂ ਬੈਂਕਸ ਦੇ ਵਿੱਚ ਰੱਖ ਸਕਦੇ ਹੋ, ਘਰ ਰੱਖ ਸਕਦੇ ਹੋ, ਜਾਂ ਕਿਸੇ ਹੋਰ ਜਗ੍ਹਾ ਦੇ ਉੱਤੇ ਰੱਖ ਸਕਦੇ ਹੋ ਜਿੱਥੇ ਤੁਹਾਨੂੰ ਵਿਸ਼ਵਾਸ ਹੋਵੇ। ਤਾਂ ਇਸ ਨਾਲ ਅਸੀਂ ਜਿਹੜਾ ਮਨੀ ਆ ਉਹਨੂੰ ਕਿਤੇ ਵੀ ਸਟੋਰ ਕਰਕੇ ਰੱਖ ਸਕਦੇ ਹਾਂ। ਓਕੇਸ਼ਨਲੀ ਕੀ ਹੁੰਦੀ ਆ? ਸਟੈਂਡਰਡ ਆਫ ਡੈਫਰਡ ਪੇਮੈਂਟ। ਹੁਣ ਜਿਵੇਂ ਮੈਂ ਤੁਹਾਨੂੰ ਗੱਲ ਕੀਤੀ ਵੀ ਜਿਹੜੀ ਫਿਊਚਰ ਦੇ ਵਿੱਚ ਪੇਮੈਂਟ ਕਰਨੀਆਂ ਹੁੰਦੀਆਂ ਨੇ ਤਾਂ ਉਹ ਮਨੀ ਦੇ ਨਾਲ ਹੀ ਕੀਤੀਆਂ ਜਾ ਸਕਦੀਆਂ। ਜਿਵੇਂ ਸਾਨੂੰ ਪਤਾ ਵੀ ਆਹ ਬੰਦੇ ਤੋਂ ਮੇਰੇ ਪੈਸੇ ਆ ਹੀ ਜਾਣੇ ਆ, ਤਾਂ ਮੈਂ ਕੀ ਕਰਦਾ, ਉਹਨੂੰ ਡੈਫਰਡ ਪੇਮੈਂਟ ਦੇ ਵਿੱਚ ਰੱਖ ਲੈਂਦਾ ਵੀ ਜਦੋਂ ਮੈਨੂੰ ਲੋੜ ਹੋਊਗੀ ਤਾਂ ਮੈਂ ਉਹ ਪੇਮੈਂਟ ਲੈ ਲੂੰਗਾ। ਠੀਕ ਹੈ ਜੀ, ਤਾਂ ਇਹ ਸੀਗਾ। ਨੈਕਸਟ ਹੈਗਾ ਲਾਸਟ ਜਿਹੜਾ ਵਾ ਅੱਜ ਦਾ, ਮੇਬੀ ਲਾਸਟ ਜਿਹੜਾ ਵਾ ਉਹ ਹੈ ਤੁਹਾਡਾ ਲੀਗਲ ਮਨੀ। ਲੀਗਲ ਮਨੀ ਦੇ ਅਕੋਰਡਿੰਗ ਜਾਣੀ ਕਿ ਮਨੀ ਦੀ ਡੈਫੀਨੇਸ਼ਨਸ ਆਉਂਦੀਆਂ ਨੇ। ਮੈਂ ਅੱਜ ਸਿਰਫ ਦੋ ਹੀ ਡੈਫੀਨੇਸ਼ਨਾਂ 'ਚ ਕਰਾਊਂਗਾ। ਅਤੇ ਆ ਪਹਿਲੀ ਜਿਹੜੀ ਸੀਗੀ ਆਪਾਂ ਕਰ ਲਈ ਵੀ ਮਨੀ ਕੀ ਹੁੰਦੀ ਆ, ਜਿਹਦੇ ਨਾਲ ਅਸੀਂ ਪੇਮੈਂਟ ਕਰ ਦਿੰਦੇ ਹਾਂ ਅਤੇ ਉਹ ਤੋਂ ਚੀਜ਼ ਲੈ ਲੈਂਦੇ ਹਾਂ, ਤਾਂ ਉਹਨੂੰ ਮਨੀ ਕਹਿ ਦਿੰਦੇ ਆ। ਤਾਂ ਹੁਣ ਅਸੀਂ ਨੈਕਸਟ ਡੈਫੀਨੇਸ਼ਨ ਕਰਾਂਗੇ ਇਹਦੀ ਲੀਗਲ ਮਨੀ ਡੈਫੀਨੇਸ਼ਨ। ਲੀਗਲ ਮਨੀ ਦਾ ਮਤਲਬ ਕੀ ਹੁੰਦਾ ਵੀ ਇੱਕ ਲੀਗਲ ਟੈਂਡਰ ਹੁੰਦਾ ਫਾਰਮ ਆਫ ਮਨੀ ਆਫ ਅ ਕੋਰਟ ਆਫ ਲਾਅ ਰਿਕੁਆਇਰਡ ਟੂ ਰੈਕੋਗਨਾਈਜ਼ ਟੂ ਸਰਟੀਫਾਈ ਦੀ ਪੇਮੈਂਟ ਐਨੀ ਆਫ ਮੋਨੀਟਰੀ ਡੈਟ। ਹੁਣ ਦੇਖੋ, ਕੁਛ ਅਜਿਹੇ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਕਿ ਲੀਗਲ ਟੈਂਡਰ ਮੰਨੀਆਂ ਜਾਂਦੀਆਂ ਨੇ। ਜੇਕਰ ਤੁਸੀਂ ਪੈਸਾ ਨਹੀਂ ਦੇ ਸਕਦੇ ਤਾਂ ਉਹਦੇ ਬਿਹਾਫ ਦੇ ਉੱਤੇ ਉਹ ਚੀਜ਼ ਦੇ ਦਿਓ। ਠੀਕ ਹੈ ਜੀ, ਜਿਵੇਂ ਅੱਜ ਪੁਰਾਣੇ ਸਮਿਆਂ ਦੇ ਵਿੱਚ ਅਤੇ ਅੱਜ ਦੇ ਸਮੇਂ ਦੇ ਵਿੱਚ ਵੀ ਹੁੰਦਾ। ਜਿਵੇਂ ਬੈਂਕਸ ਕੀ ਹੁੰਦੀਆਂ ਨੇ? ਬੈਂਕ ਕੀ ਆ? ਜਿਹੜੇ ਫਾਰਮਰਸ ਹੁੰਦੇ ਆ ਉਹਨਾਂ ਨੂੰ ਲੋਨ ਦੇ ਦਿੰਦੀ ਆ, ਜਾਣੀ ਕਿ ਮਨੀ ਦੇ ਦਿੰਦੀ ਆ। ਠੀਕ ਹੈ ਜੀ, ਹੁਣ ਜੇਕਰ ਫਾਰਮਰ ਕੋਲ ਪੈਸੇ ਨਾ ਹੋਣ ਤਾਂ ਉਹ ਲੀਗਲ ਮਨੀ ਚਾਰਜ ਕਰਦੀ ਆ। ਹੁਣ ਲੀਗਲ ਮਨੀ ਕੀ ਹੋਈ? ਜਿਵੇਂ ਉਹਨਾਂ ਨੇ ਲੈਂਡ ਗਿਰਵੀ ਰੱਖੀ ਹੋਈ ਸੀ ਤਾਂ ਉਹ ਲੈਂਡ ਦੇ ਉੱਤੇ ਅਕਵਾਇਰ ਕਰ ਲਏਗੀ ਅਤੇ ਉਹ ਕਹੇਗੀ ਵੀ ਭਾਈ ਮੈਂ ਪੈਸੇ ਇਹ ਤੋਂ ਰਿਕਵਰ ਕਰੂੰਗਾ। ਠੀਕ ਹੈ ਜੀ, ਤਾਂ ਇਹ ਕੀ ਹੁੰਦੀ ਹੈ? ਲੀਗਲ ਮਨੀ ਹੁੰਦੀ ਆ। ਇਹਦਾ ਮਤਲਬ ਕੀ ਹੁੰਦਾ ਵੀ ਜੇਕਰ ਕੋਈ ਬੰਦਾ ਜਿਹਨੂੰ ਅਸੀਂ ਡੈਟ ਦਿੱਤਾ ਜੀ ਉਹ ਪੇਮੈਂਟ ਨਹੀਂ ਦੇ ਪਾ ਰਿਹਾ, ਤਾਂ ਉਹ ਤੋਂ ਕੋਈ ਨਾ ਕੋਈ ਅਜਿਹੀ ਚੀਜ਼ ਲੈ ਲਓ ਜਿਹਦੀ ਕੀ ਆ ਬਾਅਦ ਵਿੱਚ ਮਨੀ ਵੈਲਿਊ ਬਣ ਸਕੇ, ਜਾਣੀ ਕਿ ਉਹਨੂੰ ਅਸੀਂ ਈਜ਼ੀਲੀ ਮਨੀ ਬਣਾ ਸਕੀਏ। ਜਿਵੇਂ ਕਿ ਹੁਣ ਉਹ ਲੈਂਡ ਨੂੰ ਅਕਵਾਇਰ ਕਰ ਲੈਂਦੇ ਆ, ਫਿਰ ਉਹਦੀ ਨਿਲਾਮੀ ਹੁੰਦੀ ਆ, ਆਕਸ਼ਨ ਹੁੰਦੀ ਆ, ਅਤੇ ਆਕਸ਼ਨ ਦੇ ਵਿੱਚ ਜਿਹੜਾ ਉਹ ਸੋਲਡ ਆਊਟ ਕਰਕੇ ਜਿਹੜਾ ਪੈਸਾ ਮਿਲਦਾ ਵਾ ਉਹ ਬੈਂਕ ਆਪਣੇ ਕੋਲ ਰੱਖ ਲੈਂਦੀ ਆ। ਤਾਂ ਇਹ ਸੀਗੀ ਲੀਗਲ ਮਨੀ। ਠੀਕ ਹੈ ਜੀ, ਆਹ ਸੀਗੇ ਮਨੀ ਦੇ ਫਾਰਮ। ਆਈ ਹੋਪ ਅੱਜ ਦਾ ਜਿਹੜਾ ਸੈਸ਼ਨ ਆ ਉਹ ਮੈਂ ਇੱਥੇ ਹੀ ਐਂਡ ਕਰਦਾ ਵਾਂ। ਆਈ ਹੋਪ ਤੁਹਾਨੂੰ ਇਹ ਵਧੀਆ ਲੱਗਿਆ ਹੋਵੇਗਾ।